Hello students, very warm welcome to all of you in my YouTube channel Learn English with Mandy. I am Mandeep Kaur, lecturer at English. In the last videos I have explained you lesson number 1 of Punjab School Education Board 12th class. Name of the lesson was Hassan's attendance problem. But now in this video we will go through lesson number 2 from section A, and the name of the lesson is The March King, and it is written by very famous English writer Catherine Little Bakeless. But before start, I just want to request you that please like, share, comment and subscribe this video. So let's start. Catherine Little Bakeless was born on December 5, 1895 in Bloomsburg, Pennsylvania, USA. ਬੇਟੇ ਕੈਥਰੀਨ ਲਿਟਲ ਬੇਕਲੈਸ ਦਾ ਜਨਮ 5 ਦਸੰਬਰ 1895 ਈਸਵੀ ਦੇ ਵਿੱਚ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਬਲੂਮਸਬਰਗ ਪੈਨਸਿਲਵੇਨੀਆ ਸਿਟੀ ਦੇ ਵਿੱਚ ਹੋਇਆ। ਅ playwright and biographer in her own right, ਇਹ ਲੇਖਿਕਾ ਆਪਣੇ ਹੀ ਦਮ ਤੇ ਬਣੀ ਹੋਈ ਇੱਕ ਨਾਟਕਕਾਰ ਅਤੇ ਜੀਵਨੀ ਲੇਖਿਕਾ ਸੀ। Catherine Little Bakeless wrote books with her husband John on the American Revolution. Catherine Little Bakeless ਨੇ ਆਪਣੇ ਪਤੀ ਜੌਨ ਦੇ ਨਾਲ ਮਿਲ ਕੇ ਅਮਰੀਕਨ ਕ੍ਰਾਂਤੀ ਦੇ ਉੱਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। Her individual works focused on music, ਪਰ ਉਸ ਦਾ ਆਪਣਾ ਜੋ ਵਿਅਕਤੀਗਤ ਕੰਮ ਸੀਗਾ ਉਹ ਸੰਗੀਤ ਦੇ ਉੱਤੇ ਜ਼ਿਆਦਾ ਕੇਂਦਰਿਤ ਸੀ। She died in 1992 in Connecticut. ਤੇ ਇਹਨਾਂ ਦੀ ਮੌਤ ਕਨੈਕਟੀਕਟ ਸ਼ਹਿਰ ਦੇ ਵਿੱਚ 1992 ਈਸਵੀ ਦੇ ਵਿੱਚ ਹੋ ਗਈ। There were over 80 British regiments serving in America between 1755 and 1783. 1755 ਤੋਂ ਲੈ ਕੇ 1773 ਦੇ ਦੌਰਾਨ ਲਗਭਗ 80 ਬ੍ਰਿਟਿਸ਼ ਰੈਜੀਮੈਂਟਸ ਮਤਲਬ 80 ਫੌਜੀ ਦਸਤੇ ਅਮਰੀਕਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। Most of which had their own bands comprised of an assortment of instruments including clarinet, oboes, bassoons, horns and trumpets. ਇਹਨਾਂ ਸਾਰੇ ਫੌਜੀ ਦਸਤਿਆਂ ਦੇ ਵਿੱਚ ਜ਼ਿਆਦਾਤਰ ਫੌਜੀ ਦਸਤਿਆਂ ਦੇ ਕੋਲ ਆਪਣੇ ਮਿਊਜ਼ੀਕਲ ਬੈਂਡਸ ਹੁੰਦੇ ਸੀਗੇ। ਇਹ ਜਿਹੜੇ ਮਿਊਜ਼ੀਕਲ ਬੈਂਡ ਸੀਗੇ ਬੇਟੇ ਇਹ ਕਾਹਦੇ ਬਣੇ ਸੀਗੇ? ਨੰਬਰ ਆਫ ਇੰਸਟਰੂਮੈਂਟਸ ਦੇ, ਕਲੈਕਸ਼ਨਸ ਆਫ ਮਿਊਜ਼ੀਕਲ ਇੰਸਟਰੂਮੈਂਟਸ। ਤੇ ਇਹ ਮਿਊਜ਼ੀਕਲ ਇੰਸਟਰੂਮੈਂਟਸ ਹੁੰਦੇ ਸੀਗੇ ਜਿਵੇਂ ਕਲੈਰੀਨੈਟ ਹੋ ਗਏ, ਓਬੋਜ਼, ਬੈਸੂਨਸ, ਹੋਰਨਸ ਐਂਡ ਟਰੰਪਟਸ। ਇਹ ਸਾਰੇ ਬੇਟੇ ਮਿਊਜ਼ੀਕਲ ਇੰਸਟਰੂਮੈਂਟਸ ਇਹਨਾਂ ਮਿਊਜ਼ੀਕਲ ਬੈਂਡਸ ਦੇ ਕੋਲ ਹੁੰਦੇ ਸੀਗੇ। These military bands including not only executed their regimental duties, ਇਹ ਜਿਹੜੇ ਫੌਜੀ ਦਸਤੇ ਸੀਗੇ ਇਹ ਸਿਰਫ ਆਪਣੀਆਂ ਫੌਜੀ ਸੇਵਾਵਾਂ ਹੀ ਨਹੀਂ ਨਿਭਾਉਂਦੇ ਸਨ ਬਲਕਿ they also play a large role in civilian musical life. ਇਹ ਨਾਗਰਿਕਾਂ ਦੀ ਨਿੱਜੀ ਸੰਗੀਤਕ ਜ਼ਿੰਦਗੀ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਸੀ। Sosa had been playing violin professionally, composing and arranging for several years, and on several occasions had conducted theatre orchestras like the Washington Theatre Comic 9. ਬੇਟੇ ਇੱਕ person ਆ ਮਿਸਟਰ ਸੋਸਾ। ਮਿਸਟਰ ਸੋਸਾ had been playing violin professionally, ਮਤਲਬ ਕਿ ਉਹ ਇੱਕ ਪੇਸ਼ੇਵਰ ਦੇ ਰੂਪ ਦੇ ਵਿੱਚ ਪ੍ਰੋਫੈਸ਼ਨਲੀ ਕਈ ਸਮੇਂ ਤੋਂ ਵਾਇਲਨ ਪਲੇ ਕਰ ਰਿਹਾ ਸੀ। ਨੈਕਸਟ ਉਹ ਕੰਪੋਜ਼ ਵੀ ਕਰਦਾ ਸੀਗਾ ਮਿਊਜ਼ਿਕ ਨੂੰ ਐਂਡ ਅਰੇਂਜਿੰਗ ਫੋਰ ਸੈਵਰਲ ਈਅਰਸ, ਤੇ ਮਿਊਜ਼ੀਕਲ ਅਰੇਂਜਮੈਂਟਸ ਵੀ ਕਰ ਰਿਹਾ ਸੀ ਕਾਫੀ ਸਾਲਾਂ ਤੋਂ। ਐਂਡ ਔਨ ਸੈਵਰਲ ਓਕੇਜ਼ਨਸ ਮਤਲਬ ਕਾਫੀ ਸਾਰੇ ਮੌਕਿਆਂ ਦੇ ਉੱਤੇ he had conducted theatre orchestra. ਥੀਏਟਰ ਬੇਟੇ ਹੁੰਦਾ ਆ ਸਿਨੇਮਾ ਘਰ ਜਾਂ ਜਿਹਨੂੰ ਆਪਾਂ ਨਾਟਸ਼ਾਲਾ ਵੀ ਬੋਲ ਦਿੰਦੇ ਆ। ਉਹਨੂੰ ਕੰਡਕਟ ਕਰਨਾ ਮਤਲਬ ਉਹਨੂੰ ਮਾਰਗਦਰਸ਼ਨ ਕਰਨਾ। ਤੇ ਉਸ ਸਮੇਂ ਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਥੀਏਟਰ ਕੋਮਿਕ 9 ਇੱਕ ਬਹੁਤ ਹੀ ਪ੍ਰਸਿੱਧ ਥੀਏਟਰ ਹੈ ਤੇ ਮਿਸਟਰ ਸੋਸਾ ਇਸ ਥੀਏਟਰ ਨੂੰ ਕਾਫੀ ਸਮੇਂ ਤੋਂ ਮਾਰਗਦਰਸ਼ਨ ਵੀ ਕਰ ਰਹੇ ਸਨ। Thus in 1880 when the US Marine Band was in search of new leadership, ਤੇ ਜਦੋਂ 1880 ਦੇ ਵਿੱਚ ਯੂਨਾਈਟਿਡ ਸਟੇਟਸ ਦਾ ਇੱਕ ਬਹੁਤ ਹੀ ਪ੍ਰਸਿੱਧ ਬੈਂਡ ਸੀਗਾ, ਉਸ ਦਾ ਨਾਮ ਸੀ ਮਰੀਨ ਬੈਂਡ।
ਤੇ ਜਦ ਉਹ ਮਰੀਨ ਬੈਂਡ ਆਪਣੇ ਇੱਕ ਚੰਗੇ ਲੀਡਰ ਦੀ ਭਾਲ ਦੇ ਵਿੱਚ ਸੀਗੇ, ਦੈਨ ਸੋਸਾ ਵਾਸ ਦਾ ਪਰਫੈਕਟ ਕੈਂਡੀਡੇਟ। ਤਾਂ ਉਸ ਸਮੇਂ ਮਿਸਟਰ ਸੋਸਾ ਇੱਕ ਬਹੁਤ ਹੀ ਉਚਿਤ ਉਮੀਦਵਾਰ ਸੀਗਾ ਐਜ਼ ਅ ਲੀਡਰ ਆਫ ਮਰੀਨ ਬੈਂਡ, particularly because he had already served 2 enlistments with the US Marine Band as an apprentice musician। ਤਾਂ ਅਸੀਂ ਕਿਉਂ ਕਹਿ ਰਹੇ ਹਾਂ ਕਿ ਮਿਸਟਰ ਸੋਸਾ ਇੱਕ ਬਹੁਤ ਹੀ ਪਰਫੈਕਟ ਕੈਂਡੀਡੇਟ ਸੀਗਾ? ਉਹ ਇਸ ਕਰਕੇ ਬਿਕੋਜ਼ he had already served 2 enlistments, ਕਿਉਂਕਿ ਉਹ ਪਹਿਲਾਂ ਤੋਂ ਹੀ ਮਰੀਨ ਬੈਂਡ ਦੇ ਵਿੱਚ 2 ਭਰਤੀਆਂ ਦੀ ਵਿੱਚ ਸੇਵਾਵਾਂ ਆਪਣੀਆਂ ਉਹ ਨਿਭਾ ਚੁੱਕਾ ਸੀਗਾ ਐਜ਼ ਐਨ ਅਪ੍ਰੈਂਟਿਸ ਮਿਊਜ਼ੀਸ਼ੀਅਨ। ਅਪ੍ਰੈਂਟਿਸ ਬੇਟੇ ਉਹ ਹੁੰਦੇ ਆ ਲੋਕ ਜਿਹੜੇ ਕੋਈ ਕੰਮ ਕਰਦੇ ਆ ਘੱਟ ਤਨਖਾਹ ਦੇ ਉੱਤੇ, ਕਿਉਂਕਿ ਉਹ ਉਸ ਕੰਮ ਨੂੰ ਸਿੱਖਣਾ ਚਾਹੁੰਦੇ ਹੁੰਦੇ ਆ। ਸੋ ਦੈਟ ਇਜ਼ ਨੋਨ ਐਜ਼ ਅਪ੍ਰੈਂਟਿਸਸ਼ਿਪ। ਸੋ ਮਿਸਟਰ ਸੋਸਾ ਐਜ਼ ਐਨ ਅਪ੍ਰੈਂਟਿਸ ਮਿਊਜ਼ੀਸ਼ੀਅਨ ਆਲਰੇਡੀ ਮਰੀਨ ਬੈਂਡ ਦੇ ਵਿੱਚ 2 ਭਰਤੀਆਂ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕਿਆ ਸੀਗਾ। ਸੋ ਹੀ ਵਾਜ਼ ਅ mere 26 when he accepted the leadership of the marine band। ਤਾਂ ਉਸ ਵਕਤ ਮਿਸਟਰ ਸੋਸਾ ਦੀ ਉਮਰ ਸਿਰਫ 26 ਸਾਲ ਦੀ ਸੀਗੀ ਜਦੋਂ ਉਸਨੇ ਇਹ ਐਕਸੈਪਟ ਕਰ ਲਿਆ, ਇਹ ਕਬੂਲ ਲਿਆ ਕਿ ਉਹ ਮਰੀਨ ਬੈਂਡ ਦੀ ਲੀਡਰਸ਼ਿਪ ਕਰੇਗਾ, ਮਰੀਨ ਬੈਂਡ ਦੀ ਅਗਵਾਈ ਕਰੇਗਾ। ਐਂਡ ਟੂ ਗਿਵ ਅ ਮੋਰ ਅਥੋਰੀਟੇਟਿਵ ਅਪੀਅਰੈਂਸ, ਤੇ ਐਜ਼ ਅ ਲੀਡਰ ਉਸਨੇ ਆਪਣੀ ਦਿੱਖ ਨੂੰ, ਆਪਣੀ ਅਪੀਅਰੈਂਸ ਨੂੰ ਹੋਰ ਅਧਿਕਾਰਿਤ, ਹੋਰ ਪਰਸਨੈਲਿਟੀ ਸ਼ੋਅ ਕਰਨ ਵਾਸਤੇ ਹੀ ਗਰੂ ਅ ਫੁੱਲ ਬਲੈਕ ਬੀਅਰਡ। ਉਸਨੇ ਆਪਣੀ ਲੰਬੀ ਦਾੜੀ ਜਿਹੜੀ ਸੀਗੀ ਕਾਲੇ ਰੰਗ ਦੀ ਉਹ ਵੀ ਰੱਖ ਲਈ, ਜਾਨ ਕਿ ਉਸਨੇ ਆਪਣੀ ਦਾੜੀ ਵਧਾ ਲਈ, ਆਪਣੀ ਉਹਨੇ ਦਾੜੀ ਨੂੰ ਟ੍ਰਿਮਿੰਗ ਨਹੀਂ ਕਰਵਾਈ। ਸੋਸਾ ਹੈਡ ਦਿਸ ਪੋਜੀਸ਼ਨ ਫॉर 12 years, ਤੇ ਘੱਟੋ ਘੱਟ 12 ਸਾਲ ਤੱਕ ਮਿਸਟਰ ਸੋਸਾ ਨੇ ਇਸ ਮਰੀਨ ਬੈਂਡ ਦੀ ਅਗਵਾਈ ਕੀਤੀ, ਆਪਣੀ ਇਸ ਮਰੀਨ ਬੈਂਡ ਦੀ ਲੀਡਰਸ਼ਿਪ ਨਿਭਾਈ। ਡਿਊਰਿੰਗ ਦਿਸ ਟਾਈਮ, ਆਪਣੇ ਇਸ ਸਮੇਂ ਦੇ ਵਿੱਚ ਹੀ ਮੇਡ ਨਿਊਮਰਸ ਚੇਂਜਿਸ, ਉਸਨੇ ਇਸ ਮਰੀਨ ਬੈਂਡ ਦੇ ਵਿੱਚ ਬਹੁਤ ਸਾਰੇ ਚੇਂਜਿਸ ਲਿਆਂਦੇ, ਇਨਕਲੂਡਿੰਗ ਐਡਜਸਟਮੈਂਟਸ ਟੂ ਦਾ ਰਿਪਰੇਟਰੀ ਆਫ ਦਾ ਇੰਜੈਂਪਲ। ਉਸਨੇ ਬਹੁਤ ਸਾਰੀਆਂ ਐਡਜਸਟਮੈਂਟਸ ਕੀਤੀਆਂ। ਰਿਪਰੇਟਰੀ ਬੇਟੇ ਹੁੰਦਾ ਆ ਪ੍ਰਦਰਸ਼ਨੀ ਦੀ ਸੂਚੀ, ਜਿਵੇਂ ਆਪਾਂ ਕੋਈ ਫੰਕਸ਼ਨ ਹੁੰਦਾ ਤੇ ਆਪਾਂ ਆਪਣੀਆਂ ਜਿਹੜੀਆਂ ਆਈਟਮਸ ਨੇ ਉਹਨਾਂ ਨੂੰ ਪ੍ਰੈਜ਼ੈਂਟ ਕਰਦੇ ਆ, ਤੇ ਉਹ ਜਿਹੜੀ ਪ੍ਰੈਜ਼ੈਂਟੇਸ਼ਨ ਸੀਗੀ ਉਹਦੇ ਵਿੱਚ ਉਸਨੇ ਬਹੁਤ ਸਾਰੀਆਂ ਐਡਜਸਟਮੈਂਟਸ ਕੀਤੀਆਂ। ਸੋਸਾ's ਫਰਸਟ ਕੰਸਰਨ ਐਜ਼ ਲੀਡਰ, ਇੱਕ ਲੀਡਰ ਹੋਣ ਦੇ ਨਾਤੇ ਉਹਦਾ ਜਿਹੜਾ ਫਰਸਟ ਕੰਸਰਨ ਸੀਗਾ, ਉਸਦੀ ਜਿਹੜੀ ਮੁੱਖ ਦਿਲਚਸਪੀ ਸੀਗੀ ਉਹ ਕੀ ਸੀਗੀ? ਵਾਸ ਟੂ ਸੌਫਟਨ ਦਾ ਸਾਊਂਡ, ਕਿ ਮਿਊਜ਼ਿਕ ਦੀ ਸਾਊਂਡ ਨੂੰ ਸੌਫਟ ਪ੍ਰੈਜ਼ੈਂਟ ਕੀਤਾ ਜਾਵੇ। that it hit the guests as they entered the White House, ਤਾਂ ਕਿ ਜਿੱਦਾਂ ਹੀ ਗੈਸਟ ਜਿਹੜੇ ਨੇ ਉਹ ਵਾਈਟ ਹਾਊਸ ਦੇ ਵਿੱਚ ਐਂਟਰ ਕਰਨ ਤਾਂ ਇਹ ਸੌਫਟ ਮਿਊਜ਼ਿਕ ਉਹਨਾਂ ਦੇ ਦਿਲ ਨੂੰ ਟੱਚ ਕਰ ਜਾਵੇ। The present story presents a glimpse of the life of his son, ਤੇ ਇਹ ਜਿਹੜੀ ਸਟੋਰੀ ਆ ਬੇਟੇ, ਜਿਹੜੀ ਅਸੀਂ ਲੈਸਨ ਪੜਨ ਜਾ ਰਹੇ ਹਾਂ, ਦਾ ਮਾਰਚ ਕਿੰਗ, ਇਹ ਇਸ ਮਿਸਟਰ ਸੋਸਾ ਦੇ ਬੇਟੇ ਦੀ ਜ਼ਿੰਦਗੀ ਦੇ ਉੱਤੇ ਇੱਕ ਝਲਕ ਪਾਉਂਦੀ ਹੈ। ਐਂਡ ਇਟ ਬ੍ਰਿੰਗਸ ਆਊਟ ਦਾ ਫੈਕਟ, ਤੇ ਸਾਡੇ ਸਾਹਮਣੇ ਇਹ ਤੱਥ ਪੇਸ਼ ਕਰਦੀ ਹੈ that one can succeed in life only if one pursue a vocation according to one's aptitude and inborn taste। ਸਾਡੇ ਸਾਹਮਣੇ ਇਹ ਸਟੋਰੀ ਇਹ ਤੱਥ ਪੇਸ਼ ਕਰਦੀ ਹੈ ਕਿ ਜ਼ਿੰਦਗੀ ਦੇ ਵਿੱਚ ਉਹੀ ਇਨਸਾਨ ਸਫਲ ਹੋ ਸਕਦਾ ਹੈ ਜਿਹੜਾ ਬੰਦਾ ਆਪਣਾ ਵੋਕੇਸ਼ਨ, ਆਪਣਾ ਪ੍ਰੋਫੈਸ਼ਨ ਪਰਸਿਊ ਕਰੇ, ਚੂਜ਼ ਕਰੇ, ਕਿਹਦੇ ਹਿਸਾਬ ਦੇ ਨਾਲ ਬੇਟੇ? ਅਕੋਰਡਿੰਗ ਟੂ ਵਨਸ ਐਪਟੀਟਿਊਡ। ਐਪਟੀਟਿਊਡ ਹੁੰਦਾ ਤੁਹਾਡੀ ਆਪਣੀ ਕਪੈਸਿਟੀ, ਆਪਣੀ ਸਮਰੱਥਾ, ਐਂਡ ਇਨਬੋਰਨ ਟੇਸਟ, ਮਤਲਬ ਤੁਹਾਡਾ ਟੇਸਟ ਕਾਹਦਾ ਵਾ, ਤੁਹਾਡੇ 'ਚ ਇੰਟਰਸਟ ਕਿਸ ਚੀਜ਼ ਦਾ ਵਾ, ਯਾਨੀ ਕਿ ਜਿਸ ਚੀਜ਼ ਦੇ ਵਿੱਚ ਸਾਡਾ ਇੰਟਰਸਟ ਹੋਵੇ ਜਾਂ ਜਿਸ ਕੰਮ ਨੂੰ ਕਰਨ ਦੇ ਲਈ ਅਸੀਂ ਕੈਪੇਬਲ ਹੋਈਏ, ਸਾਨੂੰ ਉਹੀ ਕਿੱਤਾ, ਉਹੀ ਫੀਲਡ, ਉਹੀ ਪ੍ਰੋਫੈਸ਼ਨ ਚੂਜ਼ ਕਰਨਾ ਚਾਹੀਦਾ ਆ ਬੇਟੇ। ਇਹੋ ਜਿਹਾ ਸੇਮ ਹੀ ਇੱਕ ਫੈਕਟ ਜਿਹੜਾ ਆ, ਇੱਕ ਫਿਲਮ ਆ ਬੇਟੇ 3 Idiots। 3 Idiots ਫਿਲਮਸ ਦੇ ਵਿੱਚ, ਫਿਲਮ ਜਿਹੜੀ ਆ ਉਹਦੇ ਵਿੱਚ ਵੀ ਇਹ ਸੇਮ ਫੈਕਟ ਜਿਹੜਾ ਵਾ ਉਹ ਸਾਡੇ ਸਾਹਮਣੇ ਪ੍ਰੈਜ਼ੈਂਟ ਕੀਤਾ ਗਿਆ ਆ। ਠੀਕ ਹੈ ਜੀ। ਸੋ ਨੈਕਸਟ ਬੇਟੇ ਆਪਾਂ ਹੁਣ ਸਟੋਰੀ ਜਿਹੜੀ ਆ ਉਹਨੂੰ ਸ਼ੁਰੂ ਕਰਦੇ ਹਾਂ। ਪਰ ਸਟੋਰੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਫਿਰ ਇੱਕ ਵਾਰੀ ਕਹਿਣਾ ਚਾਹੂੰਗੀ ਕਿ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਐਂਡ ਸਬਸਕ੍ਰਾਈਬ ਕਰੋ, ਤਾਂ ਕਿ ਮੈਂ ਇਹੋ ਜਿਹੀਆਂ ਕੁਝ ਹੋਰ ਵੀਡੀਓਜ਼ ਜਿਹੜੀਆਂ ਉਹ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰ ਸਕਾਂ। ਸੋ ਚਲੋ ਜੀ, ਹੁਣ ਆਪਾਂ ਸਟੋਰੀ ਜਿਹੜੀ ਆ ਉਹਨੂੰ ਸ਼ੁਰੂ ਕਰਦੇ ਹਾਂ। ਜੌਨ ਫਿਲਿਪ ਸੋਸਾ ਸਟੂਡ ਔਨ ਦਾ ਕਾਰਨਰ ਵਿਦ ਹਿਜ਼ ਮਦਰ। ਸੋ ਇਹ ਜੌਨ ਫਿਲਿਪ ਸੋਸਾ ਬੇਟੇ ਕੌਣ ਆ? ਜਿਹੜੇ ਆਪਾਂ ਹੁਣ ਇਹਦੇ ਫਾਦਰ ਬਾਰੇ ਪੜਿਆ, ਮਿਸਟਰ ਸੋਸਾ ਬਾਰੇ। ਇਹ ਮਿਸਟਰ ਸੋਸਾ ਦਾ ਸਨ ਆ, ਬੇਟਾ ਆ। ਜੌਨ ਫਿਲਿਪ ਸੋਸਾ ਆਪਣੀ ਮਾਤਾ ਦੇ ਨਾਲ ਇੱਕ ਕਾਰਨਰ ਦੇ ਵਿੱਚ ਖੜਾ ਹੋਇਆ ਹੈ, ਵਾਚਿੰਗ ਅ ਪਰੇਡ ਪਾਸ ਬਾਏ।
ਤੇ ਉਹ ਕੀ ਦੇਖ ਰਿਹਾ ਹੈ? ਇੱਕ ਪਰੇਡ ਜਿਹੜੀ ਕਿ ਉਹਨਾਂ ਦੇ ਲਾਗੋਂ ਦੀ ਲੰਘ ਰਹੀ ਹੈ। The United States Marine Band was rapidly coming closer to where they stood। ਤੇ ਜਿਸ ਜਗ੍ਹਾ ਦੇ ਉੱਤੇ ਉਹ ਖੜੇ ਸਨ ਉਹਨਾਂ ਦੇ ਵੱਲ ਬੜੀ ਤੇਜ਼ੀ ਦੇ ਨਾਲ ਯੂਨਾਈਟਿਡ ਸਟੇਟਸ ਆਫ ਅਮਰੀਕਾ ਦਾ ਮਰੀਨ ਬੈਂਡ ਮਾਰਚ ਪਾਸ ਕਰਦਾ ਹੋਇਆ ਉਹਨਾਂ ਵੱਲ ਆ ਰਿਹਾ ਸੀ। ਫਿਲਿਪ ਜੰਪਡ ਅਪ ਐਂਡ ਡਾਊਨ ਐਂਡ ਕਰਾਈ ਐਕਸਾਈਟਡਲੀ। ਤੇ ਖੁਸ਼ੀ ਦੇ ਵਿੱਚ, ਐਕਸਾਈਟਮੈਂਟ ਦੇ ਵਿੱਚ ਜਿਹੜਾ ਫਿਲਿਪ ਹੈ ਉਹ ਅਪ ਐਂਡ ਡਾਊਨ, ਉੱਪਰ ਨੀਚੇ ਵੱਲ ਜੰਪ ਕਰਦਾ ਹੈ। ਲੁੱਕ ਮਮਾ, ਦੇਅਰ ਇਜ਼ ਪਾਪਾ ਨਾਓ। ਆਪਣੀ ਮਦਰ ਨੂੰ ਕਹਿੰਦਾ ਹੈ ਕਿ ਮਮਾ ਦੇਖੋ ਹੁਣ ਪਾਪਾ ਦੀ ਟਰਨ ਹੈ, ਹੁਣ ਪਾਪਾ ਆਉਣਗੇ। ਮਾਰਚਿੰਗ ਅਲੋਂਗ ਇਨ ਦ ਬ੍ਰਾਸ ਸੈਕਸ਼ਨ ਮਿਸਟਰ ਸੋਸਾ ਲੁਕਡ ਵੈਰੀ ਹੈਂਡਸਮ। ਤੇ ਬੇਟੇ ਬ੍ਰਾਸ ਦਾ ਮਤਲਬ ਹੁੰਦਾ ਪਿੱਤਲ। ਬ੍ਰਾਸ ਸੈਕਸ਼ਨ ਮਤਲਬ ਉਸ ਪਰੇਡ ਦੇ ਵਿੱਚ ਜਿਹੜੇ ਮਿਊਜ਼ੀਕਲ ਇੰਸਟਰੂਮੈਂਟਸ ਵਜਾਏ ਜਾ ਰਹੇ ਸਨ, ਪਲੇ ਕੀਤੇ ਜਾ ਰਹੇ ਸਨ, ਉਹ ਕਾਹਦੇ ਬਣੇ ਸਨ? ਬ੍ਰਾਸ ਦੇ। ਸੋ ਬ੍ਰਾਸ ਸੈਕਸ਼ਨ ਮਾਰਚਿੰਗ ਅਲੋਂਗ ਇਨ ਦ ਬ੍ਰਾਸ ਸੈਕਸ਼ਨ ਮਿਸਟਰ ਸੋਸਾ, ਮਾਰਚ ਪਾਸ ਕਰਦੇ ਹੋਏ ਮਿਸਟਰ ਸੋਸਾ ਲੁਕਡ ਵੈਰੀ ਹੈਂਡਸਮ, ਬਹੁਤ ਸੋਹਣੇ ਲੱਗ ਰਹੇ ਸਨ। ਹੀ ਵਿੰਕਡ ਐਜ਼ ਹੀ ਵੈਂਟ ਬਾਈ। ਸੋ ਜਦੋਂ ਉਹ ਆਪਣੇ ਬੇਟੇ ਫਿਲਿਪ ਦੇ ਲਾਗੋਂ ਦੀ ਲੰਘਦੇ ਹਨ ਤਾਂ ਉਹ ਕੀ ਕਰਦੇ ਹਨ? ਵਿੰਕ ਹੁੰਦਾ ਅੱਖ ਮਾਰਨਾ, ਠੀਕ ਹੈ। ਉਹ ਅੱਖ ਮਾਰ ਕੇ ਆਪਣੇ ਬੇਟੇ ਵੱਲ ਇਸ਼ਾਰਾ ਕਰਦੇ ਹਨ। ਫਿਲਿਪ ਗ੍ਰਿਨਡ ਬੈਕ, ਤੇ ਬੈਕ ਦੇ ਵਿੱਚ ਜਿਹੜਾ ਫਿਲਿਪ ਆ ਉਹ ਵੀ ਆਪਣੇ ਫਾਦਰ ਵੱਲ ਕੀ ਕਰਦਾ ਹੈ? ਗ੍ਰਿਨ ਕਰਨਾ ਮਤਲਬ ਸਮਾਈਲ ਵਾਈਡਲੀ, ਠੀਕ ਹੈ। ਉਹ ਆਪਣੇ ਫਾਦਰ ਵੱਲ ਸਮਾਈਲ ਕਰਦਾ ਆ। ਫਿਲਿਪ ਲਵ ਬੈਂਡਸ, ਜਿਹੜਾ ਫਿਲਿਪ ਆ ਉਹ ਇਹ ਸਾਰੇ ਬੈਂਡਸ ਨੂੰ ਬਹੁਤ ਪਿਆਰ ਕਰਦਾ ਹੈ। ਐਂਡ ਦ ਨੇਸ਼ਨਸ ਕੈਪੀਟਲ ਵਾਜ਼ ਅ ਫਾਈਨ ਪਲੇਸ ਟੂ ਹੀਅਰ ਦੈਮ ਡਿਊਰਿੰਗ ਦ ਅਰਲੀ 1860। ਤੇ 1860 ਦੇ ਮੁੱਢਲੇ ਦਹਾਕਿਆਂ ਦੇ ਵਿੱਚ ਯੂਨਾਈਟਿਡ ਸਟੇਟਸ ਆਫ ਅਮਰੀਕਾ ਦਾ ਜੋ ਕੈਪੀਟਲ ਹੈ, ਜੋ ਰਾਜਧਾਨੀ ਹੈ ਬੇਟੇ ਵਾਸ਼ਿੰਗਟਨ, ਉੱਥੇ ਇਹ ਸਾਰੇ ਮਿਊਜ਼ਿਕ ਜਿਹੜੇ ਸਨ, ਇਹ ਬੜੀ ਵਧੀਆ ਪਲੇਸ ਸੀ ਕਿ ਜਿੱਥੇ ਸਾਨੂੰ ਇਹ ਸਾਰੇ ਬੈਂਡਸ, ਇਹ ਸਾਰੇ ਮਿਊਜ਼ਿਕ ਸੁਣਨ ਨੂੰ ਮਿਲਦੇ ਸਨ। ਵਾਸ਼ਿੰਗਟਨ ਵਾਸ ਫੁੱਲ ਆਫ ਬੈਂਡਸ, ਤੇ ਵਾਸ਼ਿੰਗਟਨ ਸ਼ਹਿਰ ਜਿਹੜਾ ਆ ਇਹ ਬੈਂਡਸ ਨਾਲ ਭਰਿਆ ਹੋਇਆ ਸੀ। ਐਂਡ ਫਿਲਿਪ ਲਵ ਦੈਮ ਆਲ, ਤੇ ਫਿਲਿਪ ਇਹਨਾਂ ਸਾਰੇ ਬੈਂਡਸ ਨੂੰ ਬਹੁਤ ਪਿਆਰ ਕਰਦਾ ਸੀ। ਨਾਓ ਵਿਦ ਰੈਪਚਰ ਇਨ ਹਿਸ ਆਈਜ਼, ਰੈਪਚਰ ਹੁੰਦਾ ਬੇਟੇ ਜੋਏ, ਖੁਸ਼ੀ, ਆਨੰਦ। ਉਹਦੀਆਂ ਅੱਖਾਂ ਦੇ ਵਿੱਚ ਆਨੰਦ ਸੀ, ਖੁਸ਼ੀ ਸੀ। ਹੀ ਵਾਚਡ ਦ ਮਰੀਨ ਬੈਂਡ ਇਨ ਆਲ ਇਟਸ ਗਲੋਰੀ, ਤੇ ਇਹ ਮਰੀਨ ਬੈਂਡ ਨੂੰ ਆਪਣੀ ਪੂਰੀ ਪ੍ਰਸਿੱਧੀ ਦੇ ਵਿੱਚ ਦੇਖ ਰਿਹਾ ਸੀ। ਐਂਡ ਐਜ਼ ਇਟ ਡਿਸਅਪੀਅਰਡ ਡਾਊਨ ਦ ਸਟਰੀਟ ਹੀ ਵੋ ਟੂ ਬਿਕਮ ਅ ਮੈਜੀਸ਼ੀਅਨ। ਤੇ ਜਿੱਦਾਂ ਹੀ ਇਹ ਮਰੀਨ ਬੈਂਡ ਦਾ ਜਿਹੜਾ ਮਾਰਚ ਪਾਸ ਚੱਲ ਰਹੀ ਸੀ, ਇਹ ਉਲਟ ਦਿਸ਼ਾ ਵੱਲ ਚਲੀ ਗਈ ਤਾਂ ਇਹ ਮਾਰਚ ਬੈਂਡ ਇਹਨਾਂ ਨੂੰ ਡਿਸਅਪੀਅਰ ਹੋ ਗਿਆ, ਯਾਨੀ ਕਿ ਦਿਖਣਾ ਬੰਦ ਹੋ ਗਿਆ। ਤਾਂ ਉਸ ਸਮੇਂ ਫਿਲਿਪ ਨੇ ਪਲੈਜ ਕੀਤੀ ਆਪਣੇ ਆਪ ਦੇ ਨਾਲ, ਯਾਨੀ ਕਿ ਸਹੁੰ ਖਾਦੀ, ਦੈਟ ਹੀ ਵੋ ਟੂ ਬਿਕਮ ਅ ਮੈਜੀਸ਼ੀਅਨ, ਕਿ ਉਹ ਵੱਡਾ ਹੋ ਕੇ ਇੱਕ ਮੈਜੀਸ਼ੀਅਨ ਹੀ ਬਣੇਗਾ, ਇੱਕ ਸੰਗੀਤਕਾਰ ਬਣੇਗਾ। Soon 7 years old Philip started to attend a school of music in his neighborhood। ਤੇ ਜਲਦੀ ਹੀ ਜਦ ਫਿਲਿਪ ਸਿਰਫ 7 ਸਾਲ ਦਾ ਹੀ ਸੀਗਾ ਤਾਂ ਉਸਨੇ ਇੱਕ ਮਿਊਜ਼ਿਕ ਦੇ ਸਕੂਲ ਨੂੰ ਅਟੈਂਡ ਕਰਨਾ ਸ਼ੁਰੂ ਕਰ ਦਿੱਤਾ ਜੋ ਕਿ ਉਹਨਾਂ ਦੇ ਘਰ ਦੇ ਨਜ਼ਦੀਕ ਹੀ ਸੀ। He liked all his studies but he particularly enjoyed learning to play the violin। ਫਿਲਿਪ ਆਪਣੀ ਸਾਰੀ ਜਿਹੜੇ ਸਬਜੈਕਟ ਸੀਗੇ ਉਹਦੀ ਐਜੂਕੇਸ਼ਨਲ ਸਟੱਡੀਜ਼ ਨੂੰ ਪਿਆਰ ਕਰਦਾ ਸੀਗਾ, ਪਸੰਦ ਕਰਦਾ ਸੀਗਾ, ਪਰ ਖਾਸ ਕਰਕੇ ਉਸ ਨੂੰ ਵਾਇਲਨ ਪਲੇ ਕਰਨਾ ਬਹੁਤ ਵਧੀਆ ਲੱਗਦਾ ਸੀ। It was not very long before he excelled in playing that instrument। ਤੇ ਬਹੁਤ ਸਮਾਂ ਨਹੀਂ ਬੀਤਿਆ, ਯਾਨੀ ਕਿ ਜਲਦੀ ਹੀ ਫਿਲਿਪ ਨੇ ਵਾਇਲਨ ਪਲੇ ਕਰਨ ਦੇ ਵਿੱਚ ਐਕਸੀਲੈਂਸ ਯਾਨੀ ਕਿ ਮੁਹਾਰਤ ਜਿਹੜੀ ਸੀਗੀ ਉਹ ਹਾਸਿਲ ਕਰ ਲਈ। For he was both talented and eager to learn, ਕਿਉਂਕਿ ਉਹ ਬਹੁਤ ਟੈਲੈਂਟਡ ਵੀ ਸੀਗਾ, ਉਹਦੇ ਵਿੱਚ ਟੈਲੈਂਟ ਵੀ ਸੀਗਾ, ਐਂਡ ਈਗਰ ਟੂ ਲਰਨ ਮਤਲਬ ਉਹਦੇ ਵਿੱਚ ਇੱਕ ਤੀਬਰ ਇੱਛਾ ਵੀ ਸੀਗੀ ਵਾਇਲਨ ਨੂੰ ਪਲੇ ਕਰਨ ਨੂੰ ਸਿੱਖਣ ਦੀ। ਬਟ ਫਿਲਿਪ ਡਿਡ ਨੋਟ ਸਪੈਂਡ ਆਲ ਹਿਸ ਟਾਈਮ ਪਲੇਇੰਗ ਦ ਵਾਇਲਨ। ਪਰ ਫਿਲਿਪ ਸਾਰਾ ਆਪਣਾ ਸਮਾਂ ਸਿਰਫ ਵਾਇਲਨ ਪਲੇ ਕਰਨ ਦੇ ਵਿੱਚ ਹੀ ਨਹੀਂ ਬਤੀਤ ਕਰਦਾ ਸੀਗਾ। ਹੀ ਲਵ ਟੂ ਪਲੇ ਬੇਸਬਾਲ ਟੂ, ਬਲਕਿ ਉਹ ਬੇਸਬਾਲ ਖੇਡਣਾ ਵੀ ਬਹੁਤ ਪਸੰਦ ਕਰਦਾ ਸੀ। ਐਂਡ ਦੈਟ ਇਜ਼ ਵਾਈ ਹੀ ਗੋਟ ਇਨਟੂ ਟਰਬਲ, ਤੇ ਇਸ ਕਰਕੇ ਉਹ ਇੱਕ ਵਾਰੀ ਇੱਕ ਮੁਸੀਬਤ ਦੇ ਵਿੱਚ ਪੈ ਗਿਆ। ਵਨ ਈਵਨਿੰਗ ਵੈਨ ਹੀ ਵਾਸ 11 years old, ਉਸ ਸ਼ਾਮ ਨੂੰ ਜਦ ਉਹ ਸਿਰਫ 11 ਕੁ ਸਾਲ ਦਾ ਹੀ ਸੀ। Every year an evening concert was given by the music school। ਉਸ ਦੀ ਮਿਊਜ਼ਿਕ ਸਕੂਲ ਦੇ ਵਿੱਚ
ਹਰ ਸਾਲ ਇੱਕ ਈਵਨਿੰਗ ਕੰਸਰਟ ਹੋਇਆ ਕਰਦਾ ਸੀਗਾ, ਇੱਕ ਸ਼ਾਮ ਨੂੰ ਇੱਕ ਮਿਊਜ਼ੀਕਲ ਪਰਫਾਰਮੈਂਸ ਹੋਇਆ ਕਰਦੀ ਸੀ। ਦਿਸ ਈਅਰ ਫਿਲਿਪ ਹੈਡ ਬੀਨ ਚੂਜ਼ਨ ਟੂ ਪਲੇ ਅ ਵਾਇਲਨ ਸੋਲੋ, ਪਰ ਇਸ ਵਾਰ ਉਹਨਾਂ ਦੇ ਉਸ ਮਿਊਜ਼ਿਕ ਸਕੂਲ ਨੇ ਫਿਲਿਪ ਨੂੰ ਚੁਣਿਆ ਤਾਂ ਕਿ ਉਹ ਸਟੇਜ ਤੇ ਆਪਣੀ ਵਾਇਲਨ ਸੋਲੋ ਨੂੰ ਪਰਫਾਰਮ ਕਰ ਸਕੇ। ਸੋਲੋ ਹੁੰਦਾ ਬੇਟੇ ਜਦੋਂ ਸਿਰਫ ਇੱਕ ਹੀ ਜਣਾ ਪਰਫਾਰਮ ਕਰਦਾ ਆ। For several months he had been earning money by directing a small band, ਪਰ ਕਿਉਂਕਿ ਫਿਲਿਪ ਕਈ ਮਹੀਨਿਆਂ ਤੋਂ ਇੱਕ ਛੋਟੇ ਜਿਹੇ ਬੈਂਡ ਨੂੰ ਡਾਇਰੈਕਟ ਕਰ ਰਿਹਾ ਸੀ, ਮਾਰਗਦਰਸ਼ਨ ਕਰ ਰਿਹਾ ਸੀ, so the thought of playing in the concert did not make him the least bit nervous। ਇਸ ਕਰਕੇ ਉਸ ਕੰਸਰਟ ਦੇ ਵਿੱਚ, ਉਸ ਮਿਊਜ਼ੀਕਲ ਪਰਫਾਰਮੈਂਸ ਦੇ ਵਿੱਚ ਪਰਫਾਰਮ ਕਰਨ ਦੇ ਥੋਟ ਨੇ ਉਹਨੂੰ ਬਿਲਕੁਲ ਵੀ ਨਰਵਸ ਨਹੀਂ ਕੀਤਾ। ਐਂਡ ਬਿਕੋਜ਼ ਹੀ ਡਿਡ ਨੋਟ ਫੀਲ ਨਰਵਸ, ਤੇ ਕਿਉਂਕਿ ਉਹ ਨਰਵਸ ਨਹੀਂ ਹੋਇਆ, ਸੋ ਹੀ ਡਿਡ ਅ ਫੁਲਿਸ਼ ਥਿੰਗ, ਜਿਸ ਕਰਕੇ ਉਸਨੇ ਇੱਕ ਬਹੁਤ ਵੱਡੀ ਬੇਵਕੂਫੀ ਵੀ ਕਰ ਦਿੱਤੀ, ਇੱਕ ਮੂਰਖਤਾ ਵੀ ਕਰ ਦਿੱਤੀ। ਔਨ ਦ ਵੈਰੀ ਡੇ ਆਫ ਦ ਕੰਸਰਟ, ਜਿਸ ਦਿਨ ਉਸਦਾ ਕੰਸਰਟ ਸੀ, ਫਿਲਿਪ ਪਿਚਡ ਅ ਗੇਮ ਆਫ ਬੇਸਬਾਲ। ਪਿਚਡ ਮਤਲਬ ਪਲੇ। ਤਾਂ ਉਸ ਦਿਨ ਕੀ ਹੋਇਆ ਕਿ ਉਹ ਇੱਕ ਬੇਸਬਾਲ ਦੀ ਗੇਮ ਜਿਹੜੀ ਸੀਗੀ ਉਹ ਖੇਡਣ ਚਲਾ ਗਿਆ। ਹੀ ਵਾਸ ਟਾਇਰਡ, ਉਹ ਬਹੁਤ ਥੱਕ ਗਿਆ ਸੀ, ਐਂਡ ਪਫਿੰਗ ਐਜ਼ ਹੀ ਕੇਮ ਡੈਸ਼ਿੰਗ ਹੋਮ ਐਟ ਸਪਰ ਟਾਈਮ। ਪਫਿੰਗ ਹੁੰਦਾ ਬੇਟੇ ਬਰੀਦਿੰਗ ਫਾਸਟ, ਜਲਦੀ ਜਲਦੀ ਸਾਹ ਲੈਣਾ। ਸੋ ਜਦੋਂ ਉਹ ਹੀ ਕੇਮ ਡੈਸ਼ਿੰਗ ਹੋਮ, ਜਦੋਂ ਉਹ ਭੱਜਿਆ ਭੱਜਿਆ ਘਰ ਆਇਆ, ਐਟ ਸਪਰ ਟਾਈਮ ਮਤਲਬ ਸ਼ਾਮ ਦੇ ਸਨੈਕਸ ਦੇ ਟਾਈਮ ਦੇ ਵਿੱਚ ਉਹ ਘਰ ਆਇਆ, ਤਾਂ ਬਹੁਤ ਥੱਕਿਆ ਹੋਇਆ ਸੀ, ਉਸਨੂੰ ਬਹੁਤ ਸਾਹ ਚੜਿਆ ਹੋਇਆ ਸੀ। ਡਰਟ ਵਾਸ ਸਟ੍ਰੀਕਡ ਅਕ੍ਰੋਸ ਹਿਜ਼ ਮੋਇਸਟ ਫੋਰਹੈਡ, ਤੇ ਜਿਹੜੀ ਡਰਟ ਸੀਗੀ ਜੋ ਪਲੇ ਕਰਦਿਆਂ ਖੇਡ ਦੇ ਦੌਰਾਨ ਜੋ ਘੱਟਾ ਸੀਗਾ ਬੇਟੇ, ਉਹ ਉਸਦੇ ਮੋਇਸਟ ਫੋਰਹੈਡ ਤੇ ਵੈਟ ਮਤਲਬ ਗਿੱਲੇ ਮੱਥੇ ਦੇ ਉੱਤੇ ਚਿਪਕਿਆ ਹੋਇਆ ਸੀਗਾ। ਸਟ੍ਰੀਕਡ ਮਤਲਬ ਹੁੰਦਾ ਬੇਟੇ ਚਿਪਟਿਆ ਹੋਣਾ। ਸੋ ਹਿਸ ਕਲੋਥਸ ਵਰ ਡਸਟੀ ਐਂਡ ਰਿੰਕਲਡ, ਤੇ ਉਸਦੇ ਕੱਪੜੇ ਵੀ ਗੰਦੇ ਹੋਏ ਸਨ, ਧੂੜ ਨਾਲ ਭਰੇ ਹੋਏ ਸਨ, ਤੇ ਰਿੰਕਲਡ ਸਨ ਮਤਲਬ ਪਸੀਨੇ ਦੇ ਨਾਲ ਨੁਚੜੇ ਹੋਏ ਸਨ। ਆਈ ਐਮ ਸਟਾਰਵਡ, ਸਟਾਰਵਡ ਮਤਲਬ ਵੈਰੀ ਹੰਗਰੀ, ਉਸਨੇ ਕਿਹਾ ਕਿ ਮੈਨੂੰ ਬਹੁਤ ਭੁੱਖ ਲੱਗੀ ਹੈ। ਹੀ ਕ੍ਰਾਈਡ ਐਜ਼ ਹੀ ਪਾਸਡ ਦ ਕਿਚਨ ਔਨ ਹਿਸ ਵੇ ਅਪਸਟੇਅਰਸ, ਜਿਵੇਂ ਹੀ ਉਹ ਪੌੜੀਆਂ ਦੇ ਉੱਤੇ ਚੜ੍ਹਨ ਦੇ ਲਈ ਕਿਚਨ ਦੇ ਲਾਗੋਂ ਦੀ ਲੰਘਿਆ ਤਾਂ ਉਹ ਚਿਲਾਇਆ ਕਿ ਮੈਨੂੰ ਬਹੁਤ ਭੁੱਖ ਲੱਗੀ ਹੈ। ਦੇਅਰ ਵਾਸ ਨੋ ਆਨਸਰ, ਪਰ ਕੋਈ ਵੀ ਜਵਾਬ ਨਹੀਂ ਮਿਲਿਆ। ਐਂਡ ਸਡਨਲੀ ਫਿਲਿਪ ਰਿਅਲਾਈਜ਼ਡ ਦੈਟ ਸਮਥਿੰਗ ਵਾਸ ਰੋਂਗ, ਤੇ ਜਲਦੀ ਹੀ ਫਿਲਿਪ ਨੇ ਇਹ ਮਹਿਸੂਸ ਕੀਤਾ ਕਿ ਕੁਝ ਤਾਂ ਗਲਤ ਹੈ। The house was so quiet that he could hear the slow ticking of the big clock in the hall। ਘਰ ਦੇ ਵਿੱਚ ਬੇਟੇ ਇੰਨੀ ਜ਼ਿਆਦਾ ਸ਼ਾਂਤੀ ਸੀਗੀ ਕਿ ਉਸ ਨੂੰ ਹਾਲ ਦੇ ਵਿੱਚ ਲੱਗੇ ਹੋਏ ਬਿਗ ਕਲੌਕ, ਵੱਡੇ ਕਲੌਕ ਦੀਆਂ ਜਿਹੜੀਆਂ ਸੂਈਆਂ ਸੀਗੀਆਂ ਉਹਨਾਂ ਦੀ ਟਿਕਿੰਗ ਦੀ ਆਵਾਜ਼ ਵੀ ਸੁਣ ਰਹੀ ਸੀ। ਮੀਨਸ ਕਿ ਘਰ ਦੇ ਵਿੱਚ ਕੰਪਲੀਟ ਸ਼ਾਂਤੀ ਸੀਗੀ। Where is everybody? He yelled। yelled ਮਤਲਬ shouted, ਉਹ ਚਿਲਾਇਆ ਕਿ ਸਾਰੇ ਜਾਣੇ ਕਿੱਥੇ ਨੇ। Puzzled by the silence of the household, ਘਰ ਦੇ ਵਿੱਚ ਇੰਨੀ ਸ਼ਾਂਤੀ ਦੇਖ ਕੇ ਉਹ ਪਜ਼ਲ ਹੋ ਗਿਆ, ਹੈਰਾਨ ਹੋ ਗਿਆ। ਫਿਲਿਪ ran into the kitchen, ਤਾਂ ਉਹ ਰਸੋਈ ਦੇ ਵਿੱਚ ਗਿਆ। On the table he found some sandwich, ਤਾਂ ਉਸਨੇ ਕਿਚਨ ਦੇ ਵਿੱਚ ਟੇਬਲ ਦੇ ਉੱਤੇ ਕੀ ਦੇਖਿਆ ਕਿ ਕੁਝ ਸੈਂਡਵਿਚ ਪਏ ਸੀਗੇ, ਐਂਡ ਅ ਨੋਟ ਫਰੋਮ ਹਿਜ਼ ਮਦਰ, ਤੇ ਉਸਦੀ ਮਾਤਾ ਦਾ ਲਿਖਿਆ ਹੋਇਆ ਇੱਕ ਨੋਟ ਵੀ ਸੀ। She had been called away very suddenly by the illness of a friend। ਉਸਦੀ ਮਦਰ ਦੀ ਕਿਸੇ ਫਰੈਂਡ ਦੀ ਇਲਨੈਸ ਕਰਕੇ, ਬਿਮਾਰੀ ਕਰਕੇ ਉਸਨੂੰ ਸਡਨਲੀ ਅਚਾਨਕ ਉਸਦੇ ਕੋਲ ਜਾਣਾ ਪਿਆ। ਐਂਡ ਸ਼ੀ ਵੁਡ ਨੋਟ ਬੀ ਬੈਕ ਅੰਟਿਲ ਲੇਟ ਇਵਨਿੰਗ, ਤਾਂ ਉਹ ਲੇਟ ਇਵਨਿੰਗ ਤੱਕ ਯਾਨੀ ਕਿ ਦੇਰ ਸ਼ਾਮ ਤੱਕ ਵੀ ਵਾਪਸ ਕਰ ਨਹੀਂ ਆ ਪਾਏਗੀ। ਫਿਲਿਪ ਲੁਕਡ ਐਟ ਦ ਕਲੋਕ, ਫਿਲਿਪ ਨੇ ਕਲੋਕ ਵੱਲ ਦੇਖਿਆ। ਹੀ ਵੁਡ ਹੈਵ ਟੂ ਹਰੀ ਟੂ ਗੈਟ ਟੂ ਦ ਕੰਸਰਟ ਔਨ ਟਾਈਮ, ਕਿ ਉਸਨੂੰ ਆਪਣੇ ਕੰਸਰਟ ਤੇ, ਆਪਣੀ ਮਿਊਜ਼ੀਕਲ ਪਰਫਾਰਮੈਂਸ ਤੇ ਸਮੇਂ ਸਿਰ ਪਹੁੰਚਣ ਦੇ ਲਈ ਹੁਣ ਉਹਨੂੰ ਜਲਦੀ ਜਲਦੀ ਜਿਹੜਾ ਹੈ ਉਹ ਕਰਨਾ ਪਵੇਗਾ। ਐਂਡ ਹੀ ਵਾਸ਼, ਸੋ ਉਸਨੇ ਵਾਸ਼ ਮਤਲਬ ਹੀ ਟੇਕ ਬਾਥ, ਨਹਾਇਆ। ਗੋਬਲ ਸੈਂਡਵਿਚ, ਉਸਨੇ ਜਲਦੀ ਜਲਦੀ ਨਾਲ ਆਪਣਾ ਸੈਂਡਵਿਚ ਜਿਹੜਾ ਸੀਗਾ ਉਹਨੂੰ ਖਾਧਾ ਜਲਦੀ ਜਲਦੀ ਵਿੱਚ। ਐਂਡ ਰੈਨ ਟੂ ਹਿਜ਼ ਰੂਮ ਟੂ ਡਰੈਸ, ਤੇ ਆਪਣੇ ਕਮਰੇ ਦੇ ਵਿੱਚ ਡਰੈਸਅਪ ਹੋਣ ਦੇ ਲਈ, ਨਿਊ ਕੱਪੜੇ ਪਾਉਣ ਦੇ ਲਈ ਉਹ ਚਲਾ ਗਿਆ। ਹੀ ਲੁਕਡ ਫॉर ਅ ਸ਼ਰਟ ਇਨ ਦ ਡਰਾਅਰ ਵੇਅਰ ਹਿਜ਼ ਕਲੀਨ ਲਾਂਡਰੀ ਵਾਸ ਕੈਪਟ, ਤਾਂ ਉਸਨੇ ਕਮਰੇ ਦੇ ਵਿੱਚ ਜਾ ਕੇ ਆਪਣੀ ਸ਼ਰਟ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਜਿੱਥੇ ਕਿ ਉਸਦੀ ਜਿਹੜੀ ਕਲੀਨ ਲਾਂਡਰੀ ਸੀ, ਉਸਦੇ ਸਾਫ ਸੁਥਰੇ ਕੱਪੜੇ ਰੱਖੇ ਜਾਂਦੇ ਸਨ। ਦ ਡੋਰ ਵਾਸ ਐਮਪਟੀ, ਪਰ ਉਹ ਕੀ ਦੇਖਦਾ ਹੈ ਕਿ ਉਸਦਾ ਜਿਹੜਾ ਡੋਰ ਸੀਗਾ ਬੇਟੇ ਉਹ ਖਾਲੀ ਸੀ। ਦ ਲਾਂਡਰੀ ਹੈਡ ਨੋਟ ਯੈਟ ਕਮ ਬੈਕ, ਤੇ ਕੱਪੜੇ ਹਲੇ ਤੱਕ ਵਾਪਿਸ ਧੁੱਪ ਕੇ ਨਹੀਂ ਆਏ ਸਨ। ਓ ਫਿਲਿਪ ਮੋਨ ਫੋਰਲੋਨਲੀ, ਮੋਨ ਮਤਲਬ ਹੁੰਦਾ ਬੇਟੇ ਵਿਰਲਾਪ ਕਰਨਾ, ਫੋਰਲੋਨਲੀ ਮਤਲਬ
ਅਲੋਨ ਵੇ ਅਨਾਥਾਂ ਦੀ ਤਰ੍ਹਾਂ ਉਹ ਵਿਲਾਪ ਕਰਨਾ ਸ਼ੁਰੂ ਕਰਤਾ ਉਸਨੇ। ਵਟ ਸ਼ੈਲ ਆਈ ਡੂ, ਹੁਣ ਮੈਂ ਕੀ ਕਰਾਂ। ਆਈ ਕਾਨ ਪਲੇ ਵਿਦਾਊਟ ਅ ਕਲੀਨ ਸ਼ਰਟ, ਉਹ ਕਹਿੰਦਾ ਕਿ ਮੈਂ ਸਾਫ ਸੁਥਰੀ ਸ਼ਰਟ ਪਹਿਨੇ ਬਿਨਾ ਤਾਂ ਮੈਂ ਪਲੇ ਨਹੀਂ ਕਰ ਪਾਊਂਗਾ ਵਾਇਲਨ। ਸੋ ਸਡਨਲੀ ਫਿਲਿਪ ਰਿਅਲਾਈਜ਼ਡ ਦੈਟ ਹੀ ought ਟੂ ਟੈਲ ਹਿਜ਼ ਮਿਊਜ਼ਿਕ ਟੀਚਰ। ਤਾਂ ਅਚਾਨਕ ਫਿਲਿਪ ਨੇ ਇਹ ਮਹਿਸੂਸ ਕੀਤਾ ਕਿ ਉਹਨੂੰ ਇਹ ਸਾਰੀ ਗੱਲ ਆਪਣੇ ਟੀਚਰ ਨੂੰ ਜਾ ਕੇ, ਮਿਊਜ਼ਿਕ ਟੀਚਰ ਨੂੰ ਜਾ ਕੇ ਦੱਸ ਦੇਣੀ ਚਾਹੀਦੀ ਹੈ। ਪ੍ਰੋਫੈਸਰ ਐਸਪਿਊਟਾ ਐਟ ਵੰਸ, ਸੋ ਉਹਨੇ ਸੋਚਿਆ ਕਿ ਮੈਂ ਆਪਣੇ ਪ੍ਰੋਫੈਸਰ ਮਿਸਟਰ ਐਸਪਿਊਟਾ ਨੂੰ ਜਾ ਕੇ ਸਾਰੀ ਗੱਲ ਦੱਸਾਂ। ਹੀ ਰੈਨ ਓਵਰ ਟੂ ਦ ਸਕੂਲ ਐਂਡ ਗੈਸਪ ਆਊਟ ਦ ਸਟੋਰੀ, ਉਹ ਜਲਦੀ ਜਲਦੀ ਸਕੂਲ ਵੱਲ ਗਿਆ ਤੇ ਉਸਨੇ ਆਪਣੀ ਸਾਰੀ ਸਟੋਰੀ ਆਪਣੇ ਪ੍ਰੋਫੈਸਰ ਐਸਪਿਊਟਾ ਨੂੰ ਗਾਸਪ ਕੀਤੀ, ਮਤਲਬ ਟੋਲਡ, ਮਤਲਬ ਉਸਨੇ ਦੱਸਿਆ। ਐਟ ਫਰਸਟ ਦ ਪ੍ਰੋਫੈਸਰ ਸਕਾਊਲਡ ਵਿਦ ਕੰਸਰਨ, ਪਹਿਲਾਂ ਤਾਂ ਪ੍ਰੋਫੈਸਰ ਨੇ ਗੁੱਸੇ ਦੇ ਨਾਲ ਉਸ ਵੱਲ ਘੂਰਿਆ, ਸਕਾਊਲਡ ਮਤਲਬ ਘੂਰਨਾ ਬੇਟੇ। ਬਟ ਦੈਨ ਹੀ ਸੈਡ, ਫਿਰ ਉਸਨੇ ਕਿਹਾ ਦੈਟਸ ਆਲ ਰਾਈਟ, ਓਕੇ ਠੀਕ ਹੈ, ਰਨ ਟੂ ਮਾਈ ਹਾਊਸ, ਮੇਰੇ ਘਰ ਜਾ, ਟੈਲ ਮਾਈ ਵਾਈਫ ਟੂ ਗਿਵ ਯੂ ਵਨ ਆਫ ਮਾਈ ਸ਼ਰਟਸ, ਤੇ ਮੇਰੀ ਵਾਈਫ ਨੂੰ ਜਾ ਕੇ ਕਹਿ ਕਿ ਮੇਰੀ ਸ਼ਰਟਸ ਦੇ ਵਿੱਚੋਂ ਕੋਈ ਇੱਕ ਸ਼ਰਟ ਉਹ ਤੈਨੂੰ ਦੇ ਦੇਵੇ। ਮਿਸਿਸ ਐਸਪਿਊਟਾ ਕਿਊਕਲੀ ਫੈਸਟ ਵਨ ਆਫ ਹਰ ਹਸਬੈਂਡਸ ਵਾਈਟ ਸ਼ਰਟਸ, ਮਿਸਿਸ ਐਸਪਿਊਟਾ ਜੋ ਕਿ ਪ੍ਰੋਫੈਸਰ ਐਸਪਿਊਟਾ ਦੀ ਵਾਈਫ ਸੀਗੇ, ਉਹਨਾਂ ਨੇ ਮਿਸਟਰ ਐਸਪਿਊਟਾ ਦੀਆਂ ਵਾਈਟ ਸ਼ਰਟਸ ਦੇ ਵਿੱਚੋਂ ਇੱਕ ਸ਼ਰਟ ਜਿਹੜੀ ਸੀਗੀ ਉਹ ਲੈ ਲਈ। ਬਟ ਵੈਨ ਫਿਲਿਪ ਪੁੱਟ ਇਟ ਔਨ, ਪਰ ਜਦੋਂ ਫਿਲਿਪ ਨੇ ਉਹ ਸ਼ਰਟ ਪਹਿਨੀ, she began to exclaim, oh dear gracious, the shirt was so large that Philip was almost lost in it। exclaim ਕਰਨਾ ਮਤਲਬ ਉਸਨੇ ਹੈਰਾਨੀ ਦੇ ਨਾਲ ਕਿਹਾ ਕਿ oh dear, ਕਿ ਇਹ ਸ਼ਰਟ ਜਿਹੜੀ ਆ ਇਹ ਤਾਂ ਬਹੁਤ ਲੰਬੀ ਆ, ਕਿਉਂਕਿ ਫਿਲਿਪ ਜਿਹੜਾ ਸੀਗਾ ਉਹ ਆਲਮੋਸਟ ਉਹਦੇ ਵਿੱਚ ਛਿਪ ਗਿਆ ਸੀਗਾ। ਦੇਖੋ ਨਾ ਬੇਟੀ, ਫਿਲਿਪ ਜਿਹੜਾ ਉਹ ਸਿਰਫ 11 ਸਾਲ ਦਾ ਆ ਤੇ ਉਹਦਾ ਪ੍ਰੋਫੈਸਰ ਮਿਸਿਸ ਸਪੂਟਾ ਉਹ ਇੱਕ ਆਦਮੀ ਆ, ਹੈ ਨਾ। ਸੋ ਉਹਦੀ ਸ਼ਰਟ ਫਿਲਿਪ ਨੂੰ ਪੂਰੀ ਨਹੀਂ ਸੀ ਆਉਣੀ, ਤਾਂ ਜਦੋਂ ਉਸਨੇ ਆਪਣੀ ਪ੍ਰੋਫੈਸਰ ਦੀ ਸ਼ਰਟ ਨੂੰ ਪਹਿਨਿਆ ਤਾਂ ਉਹ ਉਸਦੀ ਸ਼ਰਟ ਦੇ ਵਿੱਚ ਬਿਲਕੁਲ ਲੁਕ ਗਿਆ। ਹਾਸਲੀ ਮਿਸਿਸ ਐਸਪਿਊਟਾ ਫਾਊਂਡ ਅ ਬਾਕਸ ਆਫ ਪਿੰਸ, ਹਾਸਲੀ ਮਤਲਬ ਜਲਦੀ ਨਾਲ ਉਸਨੇ ਪਿੰਸ ਦਾ ਇੱਕ ਜਿਹੜਾ ਬਾਕਸ ਸੀਗਾ ਉਸਨੂੰ ਲੱਭਿਆ। ਇਨ ਅ ਟਵਿੰਕਲਿੰਗ, ਟਵਿੰਕਲਿੰਗ ਮਤਲਬ ਅੱਖ ਝਪਕਣ ਦੇ ਟਾਈਮ ਦੇ ਵਿੱਚ, ਹਰ ਨਿੰਬਲ ਫਿੰਗਰਸ, ਨਿੰਬਲ ਮਤਲਬ ਐਕਟਿਵ ਫਿੰਗਰਸ, ਕੁਇਕ ਫਿੰਗਰਸ, pinned enough tucks in the shirt to make it fit Philip। उसने फिलिप ने जो शर्ट पहनी सीगी उसने उसनू बहुत सारे टक्स लगा दिते, मतलब उसनू उसदे मेचे दी कर दिता, काफ़ी सारियां पिन्स लगा के। They both heave a big sigh of relief when the job was finished। ते जदों ये सारा काम फिनिश हो गया, खत्म हो गया, तो दोवां ने यानी कि फिलिप ने अते मिसिस एस्प्यूटा ने दोवां ने सुख दा साह लिया। हीव अ बिग साए मतलब सुख दा साह लेना। दैन फ्री फ्रॉम एंग्जाइटी, ਤਾਂ ਇਸ ਚਿੰਤਾ ਤੋਂ ਮੁਕਤ ਹੋ ਕੇ ਫਿਲਿਪ ਹਰੀਡ ਬੈਕ ਟੂ ਦ ਸਕੂਲ, ਫਿਲਿਪ ਜਲਦੀ ਜਲਦੀ ਵਾਪਸ ਸਕੂਲ ਗਿਆ। ਦ ਕੰਸਰਟ ਫਾਈਨਲੀ ਬਿਗੇਨ, ਤਾਂ ਹੁਣ ਉਹ ਜਿਹੜਾ ਮਿਊਜ਼ੀਕਲ ਸ਼ੋਅ ਸੀਗਾ, ਜਿਹੜੀ ਮਿਊਜ਼ਿਕ ਪਰਫਾਰਮੈਂਸ ਸੀਗੀ ਉਹ ਸ਼ੁਰੂ ਹੋ ਗਈ। ਐਂਡ ਸੂਨ ਇਟ ਵਾਸ ਦ ਟਾਈਮ ਫॉर ਫਿਲਿਪਸ ਆਲਸੋ, ਤੇ ਜਲਦੀ ਹੀ ਫਿਲਿਪ ਦੀ ਟਰਨ ਵੀ ਆ ਗਈ। ਹੀ ਸਟੂਡ ਅਪ, ਉਹ ਖੜਾ ਹੋਇਆ। ਪਲੇਸ ਦ ਵਾਇਲਨ ਅੰਡਰ ਹਿਜ਼ ਚਿਨ, ਉਸਨੇ ਆਪਣੀ ਠੋਡੀ ਦੇ ਹੇਠਾਂ ਵਾਇਲਨ ਨੂੰ ਰੱਖਿਆ। ਐਂਡ ਰੇਜ਼ ਹਿਜ਼ ਬੋ, ਤੇ ਉਸ ਵਾਇਲਨ ਦੀ ਬੋ ਹੁੰਦੀ ਆ ਬੇਟੇ, ਉਹਦਾ ਇੱਕ ਮਿਊਜ਼ੀਕਲ ਇੰਸਟਰੂਮੈਂਟ ਦਾ ਪਾਰਟ ਆ, ਉਸਨੂੰ ਚੱਕਿਆ। ਵਿਦ ਹੌਰਰ ਹੀ ਫੀਲ ਅ ਪਿਨ ਪੁਲਿੰਗ ਲੂਜ਼ ਇਨ ਦ ਬੈਕ ਆਫ ਹਿਜ਼ ਸ਼ਰਟ, ਤਾਂ ਕੀ ਹੋਇਆ ਕਿ ਬੇਟੇ ਉਸਨੂੰ ਜਲਦੀ ਹੀ ਇਹ ਮਹਿਸੂਸ ਹੋਇਆ ਕਿ ਉਸਦੀ ਬੈਕ ਦੇ ਸ਼ਰਟ ਦੀ ਬੈਕ ਤੇ ਇੱਕ ਜਿਹੜੀ ਪਿਨ ਆ ਉਹ ਲੂਜ਼ ਹੋ ਗਈ ਆ, ਉਹ ਖੁੱਲ ਗਈ ਆ। But he recalled how many pins had been inserted in the shirt and thought losing one wouldn't matter। ਤਾਂ ਜਲਦੀ ਹੀ ਉਸਨੇ ਇਹ ਸੋਚਿਆ ਕਿ ਕੋਈ ਗੱਲ ਨਹੀਂ, ਮੇਰੀ ਸ਼ਰਟ ਨੂੰ ਕਾਫੀ ਸਾਰੀਆਂ ਪਿੰਸ ਲੱਗੀਆਂ ਹੋਈਆਂ ਨੇ, ਤੇ ਜੇ ਇੱਕ ਪਿਨ ਖੁੱਲ ਵੀ ਗਈ ਆ ਤੇ ਮੈਟਰ ਨਹੀਂ ਕਰਦਾ, ਕੋਈ ਗੱਲ ਨਹੀਂ। ਫਿਲਿਪ ਸਟਾਰਟਡ ਟੂ ਪਲੇ, ਤਾਂ ਫਿਲਿਪ ਨੇ ਵਾਇਲਨ ਨੂੰ ਪਲੇ ਕਰਨਾ ਸ਼ੁਰੂ ਕਰ ਦਿੱਤਾ। ਐਟ ਫਰਸਟ ਹਿਜ਼ ਰਾਈਟ ਆਰਮ ਮੂਵਡ ਬੈਕ ਐਂਡ ਫੋਰਥ, ਪਹਿਲਾਂ ਉਸਦੀ ਸੱਜੀ ਬਾਂਹ ਨੇ ਅੱਗੇ ਦੇ ਪਿੱਛੇ ਵੱਲ ਨੂੰ ਮੂਵ ਕਰਨਾ ਸ਼ੁਰੂ ਕਰ ਦਿੱਤਾ ਵਾਇਲਨ ਪਲੇ ਕਰਨ ਦੇ ਲਈ। ਦੈਨ ਮੋਰ ਸਵਿਫਟਲੀ, ਫਸਟ ਸਲੋਲੀ ਐਂਡ ਦੈਨ ਮੋਰ ਸਵਿਫਟਲੀ, ਪਹਿਲਾਂ ਹੌਲੀ ਹੌਲੀ ਤਾਂ ਫਿਰ ਇੱਕ ਸੁਰ ਦੇ ਵਿੱਚ ਉਸਨੇ ਵਾਇਲਨ ਪਲੇ ਕਰਨੀ ਸ਼ੁਰੂ ਕਰ ਦਿੱਤੀ। ਬਿਫੋਰ ਲੌਂਗ ਦ ਪਿੰਸ ਦੈਟ ਵਰ ਹੋਲਡਿੰਗ ਹਿਸ ਕਾਲਰ ਪੁਲਡ ਆਊਟ, ਪਰ ਜਲਦੀ ਹੀ ਕੀ ਹੋਇਆ ਕਿ ਉਹ ਵਾਲੀਆਂ ਪਿੰਸ ਜਿਨ੍ਹਾਂ ਨੇ ਫਿਲਿਪ ਦੀ ਸ਼ਰਟ ਦੀ ਕਾਲਰ ਨੂੰ ਹੋਲਡ ਕੀਤਾ ਸੀਗਾ, ਉਹ ਪਿੰਸ ਜਿਹੜੀਆਂ ਸੀਗੀਆਂ ਉਹ ਖੁੱਲ ਗਈਆਂ। The loose large shirt collar began to creep up,
तो जल्दी ही उसकी जिहड़ी एड्डी लंबी सारी उन्हें शर्ट पहनी सीगी ਉਹਦੀ कॉलर ਦੀਆਂ पिंस जद खुल गईयां ਤਾਂ उसने क्रीप अप मतलब ਹੇਠਾਂ ਨੂੰ ਸਰਕਣਾ ਤਾਂ ਉਹਦੀ ਸ਼ਰਟ ਹੇਠਾਂ ਨੂੰ ਸਰਕਣੀ ਸ਼ੁਰੂ ਹੋ ਗਈ and it creep up the back of Philip's head ਤਾਂ ਫਿਲਿਪ ਦੀ ਸਿਰ ਤੋਂ ਨੀਚੇ ਵੱਲ ਨੂੰ ਸਰਕਣੀ ਸ਼ਰਟ ਸ਼ੁਰੂ ਹੋ ਗਈ then the unruly sleeves ਤਾਂ ਅਨਿਯੰਤਰਿਤ ਜਿਹੜੀਆਂ ਬਾਹਾਂ ਸੀਗੀਆਂ grew longer and looser and longer ਤੇ ਉਹਦੀਆਂ ਬਾਹਾਂ ਤੇ ਵੀ ਜਿਹੜੀਆਂ ਬੇਟੇ ਪਿੰਸ ਲੱਗੀਆਂ ਸੀਗੀਆਂ ਉਹ ਲੂਜ਼ ਹੋ ਗਈਆਂ ਤੇ ਬਾਹਾਂ ਵੀ ਹੇਠਾਂ ਨੂੰ ਸਰਕਣੀਆਂ ਸ਼ੁਰੂ ਹੋ ਗਈਆਂ ਸਡਨਲੀ ਦ ਸ਼ਰਟ ਫੈਲ ਅਵੇ ਫਰੋਮ ਹਿਸ ਨੈਕ ਤਾਂ ਜਲਦੀ ਹੀ ਅਚਾਨਕ ਉਸ ਦੀ ਜਿਹੜੀ ਸ਼ਰਟ ਸੀਗੀ ਬੇਟੇ ਉਸ ਦੀ ਧੌਣ ਤੋਂ ਉਸ ਦੀ ਨੈਕ ਤੋਂ ਨੀਚੇ ਵੱਲ ਨੂੰ ਸਰਕ ਗਈ ਦ ਆਡੀਅנס ਬਿਗਨ ਟੂ ਲਾਫ ਤਾਂ ਆਡੀਅנס ਜਿਹੜੀ ਸੀਗੀ ਉਹਨਾਂ ਨੇ ਇਹ ਸਾਰਾ ਸੀਨ ਦੇਖਿਆ ਤਾਂ ਉਹਨਾਂ ਨੇ ਹੱਸਣਾ ਸ਼ੁਰੂ ਕਰ ਦਿੱਤਾ ਇਨ ਐਮਬੈਰੈਂਸਡ ਕਨਫਿਊਜ਼ਨ ਐਮਬੈਰੈਂਸਡ ਮਤਲਬ ਇਸ ਸ਼ਰਮਸਾਰ ਕਨਫਿਊਜ਼ਨ ਮਤਲਬ ਦੁਚਿੱਤੀ ਤਾਂ ਇਸ ਦੁਚਿੱਤੀ ਦੇ ਵਿੱਚ उसने अपने आप में शर्मसार फील किया एंड फिलिप फॉरगॉट दैट ही वाज प्लेइंग ਤਾਂ ਭੁੱਲ ਗਿਆ ਕਿ ਉਹ ਵਾਇਲਨ ਪਲੇ ਕਰ ਰਿਹਾ ਸੀ ਐਂਡ ਸਟਾਪਡ ਕੰਪਲੀਟਲੀ ਤਾਂ ਉਸਨੇ ਵਾਇਲਨ ਪਲੇ ਕਰਨਾ ਬਿਲਕੁਲ ਬੰਦ ਕਰ ਦਿੱਤਾ ਦ ਡਿਜ਼ਾਸਟਰ ਸੋ ਅਪਸੈਟ ਹਿਮ ਤਾਂ ਇਸ ਘਟਨਾ ਨੇ ਇਸ ਅਨਪਲੇਜ਼ੈਂਟ ਹੈਪਨਿੰਗ ਨੇ ਉਸ ਨੂੰ ਇੰਨਾ ਅਪਸੈਟ ਕੀਤਾ ਦੈਟ ਹੀ ਰਸ਼ਡ ਆਫ ਦ ਸਟੇਜ ਕਿ ਉਹ ਸਟੇਜ ਤੋਂ ਚਲਾ ਗਿਆ ਸਟੇਜ ਤੋਂ ਨੀਚੇ ਵੱਲ ਭੱਜ ਗਿਆ ਐਂਡ ਸਰਗਡ ਇਨ ਅ ਡਾਰਕ ਕੋਰਨਰ ਸਰਗ ਮਤਲਬ ਵੀਪ ਉਸਨੇ ਇੱਕ ਡਾਰਕ ਇੱਕ ਹਨੇਰੇ ਵਾਲੇ ਕਾਰਨਰ ਦੇ ਵਿੱਚ ਜਾ ਕੇ ਰੋਣਾ ਸ਼ੁਰੂ ਕਰ ਦਿੱਤਾ ਫਾਈਟਿੰਗ ਬੈਕ ਟੀਅਰਸ ਉਹ ਆਪਣੇ ਹੰਝੂਆਂ ਦੇ ਨਾਲ ਜੂਝ ਰਿਹਾ ਸੀ ਐਂਡ ਹੀ ਮੰਬਲਡ ਗਲੂਮਲੀ ਮੰਬਲਡ ਮਤਲਬ ਹੁੰਦਾ ਬੁੜਬੁੜਾਉਣਾ ਆਪਣੇ ਹੀ ਆਪ ਨਾਲ ਗੱਲ ਕਰਨਾ ਗਲੂਮਲੀ ਮਤਲਬ ਸੈਡਲੀ ਤੇ ਬੜਾ ਦੁਖੀ ਹੋ ਕੇ ਉਸਨੇ ਆਪਣੇ ਆਪ ਨੂੰ ਹੀ ਕਿਹਾ ਆਈ ਵਿਸ਼ ਆਈ ਵਰ ਡੈਡ ਮਤਲਬ ਕਿ ਕਾਸ਼ ਮੈਂ ਮਰ ਜਾਵਾਂ रिफ्रेशमेंट्स वर सर्वड आफ्टर द कंसर्ट यानी कि म्यूजिकल परफॉर्मेंस तो बाद रिफ्रेशमेंट्स जिहड़ी सीगियां बेटे वो सर्व होणियां सीगियां बट फिलिप वाज टू बिजी टू हैव एनी पर फिलिप जिहड़ा सीगा वो तां बेचारा अपने ही मतलब दुख दे विच बिजी सीगा ही मिंगल्ड विद द क्राउड एज क्विकली एज ही कुड मिंगल्ड होना बेटे मिक्सअप हो जाना उसने जल्दी जल्दी भीड़ दे विच अपने आप नूं मिक्सअप करन दी कोशिश कीती होपिंग टू अवॉइड मिस्टर सोसा ताकि वो मिस्टर अस्पूटा ताकि वो मिस्टर अस्पूटा नू अवॉइड कर सके आफ्टर अ विस्टफुल लुक एट द आइसक्रीम फिलिप वाज अबाउट टू स्लिंक आउट व्हेन अ बूमिंग वॉइस बिहाइंड हिम स्कॉफ्ड सो बेटे जिवें मैं दस्सिया आपां कि रिफ्रेशमेंट्स जिहड़ियां सीगियां वो सर्व होणियां सीगियां तां आइसक्रीम्स जिहड़ियां सीगियां वो सर्व हो रहियां सी तां सोसा ने एक विस्टफुल लुक विस्टफुल हुंदा इशुक है ना जिवें उहदी इच्छा सीगी कि वो भी आइसक्रीम लवे तो जिद्दां ही वो आइसक्रीम नू ही वाज अबाउट टू स्लिंक आउट मतलब वो एक आइसक्रीम नू अपने वाल खिसकाउण दी कोशिश कर ही रहा सी तो अचानक की होया वैन अ ब्लूमिंग वॉइस एक लाउड एक पावरफुल आवाज़ उसके पिछे सी स्कॉफ्ट मतलब उस आवाज़ पावरफुल आवाज़ ने उसनू घूरिया वैल फिलिप हाँ फिलिप बहुत वधिया यू मेड अ नाइस मैस ऑफ इट तू बहुत वधिया कबाड़ा किया मीनस वो उसनू स्टैटिकल वे ना कह रहा है कि हाँ कि बहुत वधिया परफॉर्म किया तू कि मतलब कि तू ते सारा कबाड़ा ही कर दिता परफॉर्मेंस का फिलिप टर्नड एंड राउंड फाउंड हिमसैल्फ फेस टू फेस विद हिज ग्लोरिंग टीचर फिलिप टर्न मतलब जब फिलिप ने टर्न किया पिछे वाल देखा ही फाउंड हिमसैल्फ उसने की देखा फेस टू फेस विद हिज ग्लोरिंग टीचर कि वो अपने ग्लोरिंग मतलब अपने एंग्री गुस्से दे नाल भरे हुए टीचर नू फेस टू फेस उहदे सामने खड़ा सी विद नो सिंपैथी फॉर पुअर फिलिप मिस्टर अस्पूटा कंटिन्यूड अनरीजनेबली तां मिस्टर अस्पूटा दीआं अखां दे विच फिलिप दे प्रति कोई भी सिंपैथी कोई हमदर्दी नहीं सी ते वो बिना कारण कंटिन्यूसली वो उस दे नाल डील कर रहा सी नो रिफ्रेशमेंट्स फॉर यू तेरे वास्ते कोई रिफ्रेशमेंट नहीं है यू शुडंट हैव स्पेंट द डे प्लेइंग बॉल कि तेनू अपना दिन बॉल नाल प्ले करन दे विच नहीं बिताउणा चाहीदा सीगा यू शुड हैव बीन प्रिपेयरिंग फॉर द इंपॉर्टेंट वर्क ऑफ द इवनिंग तेनू अपने इस शाम दे बहुत ही महत्वपूर्ण काम दे लई पहलां प्रैपरेशनस करनियां चाहीदियां सन यू ऑट टू बी अशेम्ड तेनू अपने आप ते शर्म आउणी चाहीदी है ठीक है जिवें बेटे टीचर्स डांटदे आ बच्चों नू उसी तरह मिस्टर अस्पूटा ने फिलिप नू डांटिया फिलिप हंग हिज हैड फिलिप ने अपना जिहड़ा सीगा सिर वो नीचे वाल लमका लिया साई हैवीली
उसने औखे साह लए एंड ट्रस्ट होम, ट्रस्ट मतलब वॉक बैक होम, अपने घर वापस चला गया। द इंसीडेंट लैफ्ट सच एन इंप्रैशन ऑन हिम, इस इंसीडेंट ने उसके उत्ते ਇਹੋ ਜਿਹਾ इंप्रैशन पाया दैट ही ऑलवेज रिमेंबर इट, कि वो इस घटना ਨੂੰ ਕਦੇ ਵੀ ਹੁਣ ਲਾਈਫ 'ਚ ਭੁੱਲੇਗਾ ਨਹੀਂ। ही नैवर अगेन ट्राई टू मिक्स वर्क एंड प्ले, कि ਹੁਣ ਉਹਨੂੰ ਇਹੋ ਜਿਹਾ ਸਬਕ ਮਿਲਿਆ ਕਿ ਉਹ ਜ਼ਿੰਦਗੀ 'ਚ ਹੁਣ ਕਦੀ ਵੀ ਆਪਣੇ ਕੰਮ ਦੇ ਵਿੱਚ प्ले ਨੂੰ ਖੇਡ ਨੂੰ ਮਿਕਸਅਪ नहीं करेगा। So next बेटे, but that was not the last time that he got himself into trouble with Mr. Esputa, पर ਇਹ ਕੋਈ लास्ट टाइम नहीं सीगा, ਇਹ ਕੋਈ आखिर नहीं सीगा कि ਉਹ ਉਸ ਤੋਂ ਬਾਅਦ ਕਦੀ ਆਪਣੇ ਮਿਸਟਰ ਐਸਪੂਟਾ ਆਪਣੇ ਪ੍ਰੋਫੈਸਰ ਦੇ ਨਾਲ ਮੁਸ਼ਕਿਲ ਦੇ ਵਿੱਚ ਨਹੀਂ ਪਿਆ। One day when Philip was 12, ਇੱਕ ਦਿਨ ਜਦ ਫਿਲਿਪ ਦੀ ਉਮਰ 12 ਕੁ ਸਾਲ ਦੀ ਸੀਗੀ, both he and his teacher were feeling tired and cross, ਫਿਲਿਪ ਅਤੇ ਉਸਦਾ ਟੀਚਰ ਦੋਨੋਂ ਹੀ ਬਹੁਤ ਹੀ ਥੱਕੇ ਹੋਏ ਮਹਿਸੂਸ ਕਰਦੇ ਸਨ। ਐਂਡ ਕ੍ਰੋਸ ਮਤਲਬ ਚਿੜਚਿੜੇ, ਐਂਗਰੀ, ਦੋਨੋਂ ਹੀ ਥੋੜੇ ਇਰੀਟੇਟ ਹੋਏ ਸੀਗੇ। ਦੇ ਗੋਟ ਇਨਟੂ ਅ ਹੀਟਡ ਆਰਗੂਮੈਂਟਸ ਓਵਰ ਅ ਟ੍ਰਾਈਫਲ, ਤਾਂ ਉਦੋਂ ਕੀ ਹੋਇਆ ਕਿ ਉਹ ਇੱਕ ਛੋਟੀ ਜਿਹੀ ਟ੍ਰਾਈਫਲ ਮਤਲਬ ਹੁੰਦਾ ਕਿ ਸਮਥਿੰਗ ਵੈਰੀ ਆਰਡੀਨਰੀ, ਨੋਟ ਮਚ ਇੰਪੋਰਟੈਂਟ, ਇਹੋ ਜਿਹੇ ਕਿਸੇ ਟੌਪਿਕ ਦੇ ਉੱਤੇ ਉਹਨਾਂ ਦਾ ਆਪਸ ਵਿੱਚ ਇੱਕ ਹੀਟਡ ਆਰਗੂਮੈਂਟ ਹੋ ਗਿਆ, ਡਿਸਕਸ਼ਨ ਹੋ ਗਈ। ਐਜ਼ ਅ ਰਿਜ਼ਲਟ ਨਤੀਜਾ ਕੀ ਨਿਕਲਿਆ ਕਿ ਫਿਲਿਪ ਰਿਟਰਨਡ ਹੋਮ, ਫਿਲਿਪ ਵਾਪਸ ਆਪਣੇ ਘਰ ਆ ਗਿਆ, ਕਨਵਿੰਸਡ ਦੈਟ, ਪਰ ਉਹ ਇਸ ਵਾਰੀ ਬਿਲਕੁਲ ਕਨਵਿੰਸਡ ਸੀਗਾ, ਉਸਨੇ ਆਪਣੇ ਆਪ ਨਾਲ ਇਹ ਗੱਲ ਆਪਣੇ ਆਪ ਨੂੰ ਸਮਝਾ ਲਈ ਸੀ ਦੈਟ ਹੀ ਨੋ ਲੋਂਗਰ ਵਾਂਟਡ ਟੂ ਟੇਕ ਮਿਊਜ਼ਿਕ ਲੈਸਨਸ, ਕਿ ਹੁਣ ਉਹ ਹੋਰ ਮਿਊਜ਼ਿਕ ਲੈਸਨਸ ਆਪਣੇ ਮਿਸਟਰ ਐਸਪੂਟਾ ਕੋਲੋਂ ਨਹੀਂ ਲਏਗਾ। ਹੀ ਡਿਸਕਸ ਦਾ ਮੈਟਰ ਵਿਦ ਹਿਸ ਫਾਦਰ, ਉਸਨੇ ਆਪਣੇ ਪਿਤਾ ਦੇ ਨਾਲ ਇਹ ਸਾਰਾ ਮੈਟਰ ਡਿਸਕਸ ਕੀਤਾ। ਵੈਲ ਕਮੈਂਟਡ ਮਿਸਟਰ ਸੋਸਾ, ਮਿਸਟਰ ਸੋਸਾ ਨੇ ਕਿਹਾ ਕਿ ਠੀਕ ਹੈ, ਇਟ ਸੀਮਸ ਦੈਟ ਯੂ ਡੋਂਟ ਵਾਂਟ ਟੂ ਬੀ ਅ ਮਿਊਜ਼ੀਸ਼ੀਅਨ, ਇੰਜ ਲੱਗ ਰਿਹਾ ਹੈ ਕਿ ਤੂੰ ਹੁਣ ਮਿਊਜ਼ੀਸ਼ੀਅਨ ਨਹੀਂ ਬਣਨਾ ਚਾਹੁੰਦਾ। ਇਜ਼ ਦੇयर ਐਨੀਥਿੰਗ ਐਲਸ ਯੂ ਵੁਡ ਪ੍ਰੈਫਰ ਟੂ ਬੀ, ਤਾਂ ਕੀ ਕੁਝ ਹੋਰ ਬਣਨਾ ਚਾਹੁੰਦਾ ਹੈ, ਕੋਈ ਹੋਰ ਚੀਜ਼ ਨੂੰ ਪ੍ਰੈਫਰੈਂਸ ਦੇਣਾ ਚਾਹੁੰਦਾ ਹੈ। ਯੈਸ ਸੈਡ ਫਿਲਿਪ, ਫਿਲਿਪ ਨੇ ਕਿਹਾ ਕਿ ਹਾਂਜੀ। ਆਈ ਵਾਂਟ ਟੂ ਬੀ ਅ ਬੇਕਰ, ਮੈਂ ਹੁਣ ਬੇਕਰ ਬਣਨਾ ਚਾਹੁੰਦਾ ਹਾਂ। ਬੇਕਰ ਮਤਲਬ ਬੇਟੇ ਜਿਹੜੇ ਬੇਕਰੀ ਦੇ ਵਿੱਚ ਕੰਮ ਕਰਦੇ ਨੇ। ਮਿਸਟਰ ਸੋਸਾਸ ਆਈਬ੍ਰੋ ਫਲੂ ਅਪ, ਮਿਸਟਰ ਸੋਸਾ ਸੁਣ ਕੇ ਹੈਰਾਨ ਹੋਇਆ, ਤਾਂ ਉਸਦੇ ਜਿਹੜੇ ਆਈਬ੍ਰੋ ਸੀਗੇ, ਪ੍ਰਵੱਟੇ ਸੀਗੇ, ਉਹ ਉੱਪਰ ਵੱਲ ਨੂੰ ਚੜ ਗਏ। ਅ ਬੇਕਰ, ਹੀ ਆਸਕਡ ਇਨ ਸਰਪ੍ਰਾਈਜ਼, ਉਸਨੇ ਹੈਰਾਨ ਹੋ ਕੇ ਉਸਨੂੰ ਪੁੱਛਿਆ ਕਿ ਤੂੰ ਬੇਕਰ ਬਣਨਾ ਚਾਹੁੰਦਾ ਹੈ। ਯੈਸ ਅ ਬੇਕਰ, ਫਿਲਿਪ ਆਂਸਰ ਫਰਮਲੀ, ਪਰ ਫਿਲਿਪ ਨੇ ਫਰਮਲੀ ਮਤਲਬ ਬੜੇ ਪੱਕੇ ਇਰਾਦੇ ਦੇ ਨਾਲ ਕਿਹਾ ਕਿ ਹਾਂਜੀ ਯੈਸ ਮੈਂ ਬੇਕਰ ਬਣਨਾ ਚਾਹੁੰਦਾ ਹਾਂ। ਇਫ ਦੈਟਸ ਵਟ ਯੂ ਵਾਂਟ, ਰਿਪਲਾਈਡ ਮਿਸਟਰ ਸੋਸਾ, ਮਿਸਟਰ ਸੋਸਾ ਨੇ ਕਿਹਾ ਕਿ ਹਾਂ ਠੀਕ ਹੈ, ਜੇਕਰ ਤੂੰ ਇਹੀ ਚਾਹੁੰਦਾ ਹੈ then I'll see what I can do to get you a suitable position in a bakery, ਤਾਂ ਫਿਰ ਮੈਂ ਦੇਖਦਾ ਹਾਂ ਕਿ ਤੈਨੂੰ ਬੇਕਰੀ ਦੇ ਵਿੱਚ ਇੱਕ ਚੰਗੀ ਪੋਜੀਸ਼ਨ ਜਿਹੜੀ ਆ ਉਹ ਦਿਲਵਾ ਸਕਾਂ। I will go and attend to it right away, ਉਸਨੇ ਕਿਹਾ ਕਿ ਮੈਂ ਜਾਣਾ ਹਾਂ ਤਾਂ ਮੈਂ ਦੇਖਦਾ ਹਾਂ ਕਿ ਮੈਂ ਤੇਰੇ ਲਈ ਕੀ ਕਰ ਸਕਦਾ ਹਾਂ। ਐਂਡ ਹੀ ਵੈਂਟ ਆਊਟ ਆਫ ਦਾ ਹਾਊਸ, ਐਂਡ ਜਿਹੜਾ ਮਿਸਟਰ ਸੋਸਾ ਦਾ ਫਾਦਰ ਸੀਗਾ ਬੇਟੇ, ਸੌਰੀ ਫਿਲਿਪ ਦਾ ਫਾਦਰ ਸੀਗਾ ਮਿਸਟਰ ਸੋਸਾ, ਉਹ ਘਰ ਤੋਂ ਬਾਹਰ ਚਲੇ ਗਏ। ਸੂਨ ਮਿਸਟਰ ਸੋਸਾ ਕੇਮ ਬੈਕ, ਤੇ ਜਲਦੀ ਹੀ ਮਿਸਟਰ ਸੋਸਾ ਵਾਪਸ